हाँ जी विद्यार्थियों, सारिਆਂ ਨੂੰ सत श्री अकाल। स्वागत है जी तुहाडा सारिਆਂ ਦਾ पंजाबी ਸਾਹਿਤ ਦੀ जमात ਵਿੱਚ, ਜਿਹਦੇ ਵਿੱਚ ਆਪਾਂ ਸਾਡੇ ਆਧੁਨਿਕ ਪੰਜਾਬੀ ਨਾਵਲਾਂ ਬਾਰੇ ਜ਼ਿਕਰ ਕਰ ਰਹੇ ਸੀ। ਸਭ ਤੋਂ ਪਹਿਲਾਂ ਜਿਹੜਾ ਆਪਾਂ ਨਾਵਲਿਸਟ ਪੜ੍ਹਦੇ ਹਾਂ ਉਹ ਹੈਗਾ ਜੀ ਨਾਨਕ ਸਿੰਘ। ਨਾਨਕ ਸਿੰਘ ਦੇ ਬਾਰੇ ਆਪਾਂ ਥੋੜੀ ਜਿਹੀ ਵਿਚਾਰ ਚਰਚਾ ਪਿਛਲੀ ਜਮਾਤ ਦੇ ਵਿੱਚ ਕੀਤੀ ਸੀ ਤੇ ਉਹਦੇ ਨਾਲ ਨਾਲ ਉਹਨਾਂ ਦਾ ਜਿਹੜਾ ਪ੍ਰਸਿੱਧ ਜਿਹੜਾ ਨਾਵਲ ਆਪਣੇ ਲੱਗਿਆ ਹੋਇਆ BA ਦੇ ਵਿੱਚ ਆਪਣੇ ਲੱਗਿਆ ਹੋਇਆ ਜਿਹੜਾ ਸਿਲੇਬਸ ਦੇ ਵਿੱਚ ਜੋ ਹੈ ਉਹ ਨਾਵਲ ਪਵਿੱਤਰ ਪਾਪੀ ਜਿਹੜਾ ਉਹਦੇ ਬਾਰੇ ਆਪਾਂ ਗੱਲ ਕੀਤੀ ਸੀ। ਹੁਣ ਆਪਾਂ ਜਿਹੜਾ ਪੰਜਾਬੀ ਭਾਸ਼ਾ ਦੇ ਵਿੱਚ ਪੰਜਾਬੀ ਸਾਹਿਤ ਦੇ ਵਿੱਚ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਨਾਵਲਕਾਰ ਨਾਨਕ ਸਿੰਘ ਦੇ ਬਾਰੇ ਗੱਲ ਕਰਾਂਗੇ। ਮਹੱਤਵਪੂਰਨ ਗੱਲਾਂ ਲਿਖੀਆਂ ਹੋਈਆਂ ਸਾਰੀਆਂ ਤੁਸੀਂ ਯਾਦ ਰੱਖਣੀਆਂ, ਇੱਕ ਇੱਕ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ। ਕਿੱਥੇ ਕਿੱਥੇ ਪ੍ਰਸ਼ਨ ਉੱਠਦਾ, ਕਿਵੇਂ ਕਿਵੇਂ ਦਾ ਪ੍ਰਸ਼ਨ ਉੱਠਦਾ, ਇਹ ਤੁਹਾਡੇ ਨਾਲ ਮੈਂ ਨਾਲ ਨਾਲ ਵਿਚਾਰ ਕਰਦਾ ਜਾਊਂਗਾ। ਦੂਜਾ ਦੌਰ ਚੱਲ ਪੈਂਦਾ ਨਾਨਕ ਸਿੰਘ ਤੋਂ। ਪਹਿਲੇ ਦੌਰ ਦੇ ਆ ਜਿਹੜੇ ਭਾਈ ਵੀਰ ਸਿੰਘ ਵਰਗੇ ਜਿਹੜੇ ਨਾਵਲਕਾਰ ਆ, ਇਹ ਪਹਿਲੇ ਦੌਰ ਦੇ ਆ। ਤਾਂ ਆਪਾਂ ਪਿੱਛੇ ਇਹ ਵੀ ਗੱਲ ਕੀਤੀ ਸੀਗੀ ਵੀ ਆਪਾਂ ਇੱਕ ਈਸ਼ਰ ਸਿੰਘ ਦੀ ਗੱਲ ਕੀਤੀ ਸੀ, ਇੱਕ ਕਿਰਪਾਲ ਸਿੰਘ ਕਸੇਲ ਦੀ। ਦੋਨਾਂ ਨੇ ਜਿਹੜੀ ਮਤਲਬ ਗੱਲਾਂ ਆਖੀਆਂ ਉਹ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ ਪਹਿਲੇ ਨਾਵਲ ਬਾਰੇ। ਉਸ ਤੋਂ ਬਾਅਦ ਕੀ ਹੈ, ਹਾਂ ਪਹਿਲਾ ਜਿਹੜਾ ਆਪਣੇ ਨਾਵਲ ਸੀਗਾ ਜਿਹੜਾ ਅੰਗਰੇਜ਼ਾਂ ਦੇ ਵੱਲੋਂ, ਉਹ ਆਪ ਤੁਹਾਨੂੰ ਪਤਾ ਹੀ ਹੈ ਦੱਸਿਆ ਹੋਇਆ ਸੀ, ਯੂਸੁਫ ਮੁਸਾਫਰ ਦੀ ਯਾਤਰਾ। ਹਾਂਜੀ, ਨਾਨਕ ਸਿੰਘ ਦੂਜਾ ਦੌਰ ਹੈ। ਵਿਅਕਤੀਵਾਦ ਆਦਰਸ਼ਵਾਦ ਹੈ। ਆਦਰਸ਼ਵਾਦ ਸ਼ਬਦ ਹਮੇਸ਼ਾ ਨਾਨਕ ਸਿੰਘ ਨਾਲ ਜੁੜਿਆ ਰਹੂਗਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਤੁਹਾਨੂੰ ਦੱਸਿਆ ਸੀਗਾ ਜਿਵੇਂ ਕਿ ਆਦਰਸ਼ਵਾਦ ਨੈਤਿਕਤਾ 'ਤੇ ਚੱਲਦੇ ਹੋਏ ਨਾਨਕ ਸਿੰਘ ਦੇ ਜਿਹੜੇ ਨਾਵਲਾਂ ਦੇ ਪਾਤਰ ਹੈ ਉਹ ਆਪਣੇ ਮਤਲਬ ਕੀ ਹੈ ਵੀ ਕੋਈ ਗਲਤ ਰਾਹ ਨਹੀਂ ਅਪਣਾਉਂਦੇ, ਇਸ ਨੂੰ ਕਿਹਾ ਜਾਂਦਾ ਆਦਰਸ਼ਵਾਦ। ਪੰਜਾਬੀ ਨਾਵਲ ਨੂੰ ਧਾਰਮਿਕ ਅਤੇ ਸੰਪਰਦਾਇ ਹਵਾਲਿਆਂ ਤੋਂ ਬਾਹਰ ਕੱਢ ਕੇ ਸਮਾਜਿਕ ਮਸਲਿਆਂ ਦੇ ਨਾਲ ਜੋੜਿਆ। ਨਾਨਕ ਸਿੰਘ ਤੋਂ ਪਹਿਲਾਂ ਪੰਜਾਬੀ ਨਾਵਲ ਦਾ ਮੂੰਹ ਮੱਥਾ ਮੁਹਾਂਦਰਾ ਕਿਵੇਂ ਦਾ ਸੀਗਾ? ਨਾਨਕ ਸਿੰਘ ਤੋਂ ਪਹਿਲਾਂ ਕੀ ਸੀਗਾ ਵੀ ਪੰਜਾਬੀ ਨਾਵਲ ਸੀ ਜਿਹੜੇ ਉਹ ਧਾਰਮਿਕ ਬਿਰਤੀ ਦੇ ਲਿਖੇ ਜਾਂਦੇ ਸੀਗੇ। ਕਿਉਂਕਿ ਭਾਈ ਵੀਰ ਸਿੰਘ ਵਰਗਿਆਂ ਨੇ ਨਾਵਲ ਕਿਉਂ ਲਿਖੇ, ਸੁੰਦਰੀ ਵਰਗਾ ਨਾਵਲ ਕਿਉਂ ਲਿਖਿਆ ਗਿਆ? ਕਾਰਨ ਇਹਦੇ ਪਿੱਛੇ ਰੀਜਨ ਇਹ ਸੀਗਾ ਕਿ ਭਾਈ ਵੀਰ ਸਿੰਘ ਨੇ ਉਸ ਪ੍ਰਤੀਕਰਮ ਦੇ ਵਜੋਂ ਉਹ ਨਾਵਲ ਲਿਖਿਆ ਜਿਸ ਦੇ ਵਿੱਚ ਕੀ ਸੀਗਾ ਕਿ ਅੰਗਰੇਜ਼ ਜਿਹੜੇ ਜਦੋਂ ਉਹਨਾਂ ਨੇ ਸਾਡੇ ਦੇਸ਼ ਦੇ ਉੱਪਰ ਆਣ ਕੇ ਰਾਜ ਕੀਤਾ, ਪੰਜਾਬ ਦੇ ਉੱਪਰ ਜਦੋਂ ਰਾਜ ਹੋਇਆ, ਫਿਰ ਉਹਨਾਂ ਨੇ ਸਾਹਿਤ ਲਿਟਰੇਚਰ ਨੂੰ ਆਪਣੇ ਕਬਜ਼ੇ 'ਚ ਲਿਆ। ਉਹਨਾਂ ਨੇ ਇੱਕ ਪ੍ਰਿੰਟਿੰਗ ਪ੍ਰੈਸ ਲਵਾਤੀ ਲੁਧਿਆਣੇ ਦੇ ਵਿੱਚ ਅਤੇ ਉਹਦੇ ਵਿੱਚ ਉਹਨਾਂ ਨੇ ਆਪਣੇ ਈਸਾਈ ਧਰਮ ਦੇ ਪ੍ਰਚਾਰ ਵਾਸਤੇ ਉਹਨਾਂ ਨੇ ਅਲੱਗ-ਅਲੱਗ ਨਾਵਲ ਜਿਹੜੇ ਸੀਗੇ ਇੰਗਲਿਸ਼ ਦੇ ਵਿੱਚ ਕਿਸੇ ਟਾਈਮ ਲਿਖੇ ਗਏ ਸੀਗੇ, ਉਹਨਾਂ ਨੂੰ ਪੰਜਾਬੀ ਦੇ ਵਿੱਚ ਉਹਨਾਂ ਨੂੰ ਬਣਾ ਕੇ ਤਿਆਰ ਕਰਕੇ ਅਤੇ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਸ਼ੁਰੂ ਕਰ ਦਿੱਤਾ ਗਿਆ। ਤਾਂ ਇੱਕ ਸਮੇਂ 'ਤੇ ਕੀ ਹੋਇਆ, ਲੋਕਾਂ ਦੇ ਸਾਹਮਣੇ ਜਦੋਂ ਉਹਨਾਂ ਨੇ ਪ੍ਰਦਰਸ਼ਨ ਕੀਤਾ ਆਪਣੇ ਸਾਹਿਤ ਦਾ, ਆਪਣੇ ਧਰਮ ਦਾ, ਉਹਨਾਂ ਨੇ ਖੂਬ ਪ੍ਰਚਾਰ ਪ੍ਰਸਾਰ ਕੀਤਾ। ਮਿਸ਼ਨਰੀ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ, ਆਪਣੇ ਗੁਰਦੁਆਰਿਆਂ ਦੇ ਵਿੱਚ ਜਿਵੇਂ ਕਥਾਵਾਚਕ ਹੁੰਦੇ ਆ ਜਾਂ ਕਿਸੇ ਹੈ ਨਾ ਜਿਵੇਂ ਹਿੰਦੂ ਧਰਮ ਦੇ ਵਿੱਚ ਵੀ ਸਾਡਿਆਂ ਦੇ ਵਿੱਚ ਪ੍ਰਚਾਰਕ ਹੁੰਦੇ ਆ ਜਿਹੜੇ, ਤਾਂ ਉਵੇਂ ਹੀ ਅੰਗਰੇਜ਼ਾਂ ਨੇ ਲਿਆਂਦੇ ਸੀ ਮਿਸ਼ਨਰੀ। ਤਾਂ ਬੰਗਾਲ ਦੇ ਵੀ ਕੁਝ ਕੁ ਮਿਸ਼ਨਰੀ ਜਿਹੜੇ ਤੁਸੀਂ ਮੰਨ ਲਓ ਜੇ ਤੁਸੀਂ ਇਤਿਹਾਸ ਪੜ੍ਹਦੇ ਹੋ ਤਾਂ ਉਹਦੇ ਵਿੱਚ ਵੀ ਆਉਂਦੇ ਆ, ਮਿਸ਼ਨਰੀਆਂ ਦੇ ਨਾਮ ਆਉਂਦੇ ਆ। ਉਹਨਾਂ ਨੇ ਵੀ ਪੂਰੀ ਹੈਲਪ ਕੀਤੀ ਪੰਜਾਬ ਦੇ ਵਿੱਚ ਵੀ ਆਪਾਂ ਇਸ ਨੂੰ ਆਪਣੇ ਈਸਾਈ ਧਰਮ ਦੇ ਪ੍ਰਚਾਰ ਪ੍ਰਸਾਰ ਨੂੰ ਸ਼ੁਰੂ ਕਰੀਏ। ਤਾਂ ਭਾਈ ਵੀਰ ਸਿੰਘ ਜੀ ਉਸ ਦੇ ਪ੍ਰਤੀਕਰਮ ਦੇ ਵਿੱਚ ਉਹਨਾਂ ਦੇ ਮਤਲਬ ਕੀ ਹੈ ਵੀ ਸਿੱਖੀ ਦੇ ਪ੍ਰਚਾਰ ਵਾਸਤੇ ਉਹਨਾਂ ਨੇ ਲਿਖੇ ਸੀ। ਸੋ ਇਹਨੂੰ ਕਿਹਾ ਜਾਂਦਾ ਈਸਾਈਆਂ ਦਾ ਪ੍ਰਚਾਰ, ਸਿੱਖੀ ਦਾ ਪ੍ਰਚਾਰ ਹੋਣਾ, ਇਹ ਧਾਰਮਿਕ ਦਾਇਰੇ ਹੈ। ਧਾਰਮਿਕ ਦਾਇਰੇ ਦੀ ਵਲਗਣ ਤੋਂ ਬਾਹਰ ਕੱਢ ਕੇ ਨਾਵਲ ਨੂੰ ਸਮਾਜ ਦੇ ਨਾਲ ਜੋੜਨ ਵਾਲਾ ਨਾਵਲਕਾਰ ਪਹਿਲਾ ਕੌਣ ਸੀ? ਉਹ ਸੀ ਨਾਨਕ ਸਿੰਘ, ਜਿਹਨੇ ਲੋਕਾਂ ਨੂੰ ਨਾਵਲ ਪੜ੍ਹਨਾ ਸਿਖਾਇਆ, ਜਿਹਦੇ ਨਾਵਲਾਂ ਦਾ ਲੋਕੀ ਵੇਟ ਕਰਦੇ ਹੁੰਦੇ ਸੀ ਸਾਲ ਕਿਉਂਕਿ ਆਏ ਸਾਲ ਹਰ ਸਾਲ ਉਹਨੇ 38 ਮੌਲਿਕ ਨਾਵਲ ਲਿਖੇ ਆ, 8 ਉਹਨੇ ਅਨੁਵਾਦਿਤ ਨਾਵਲ ਲਿਖੇ ਆ। 38 ਅਤੇ 8 ਕੁੱਲ 46 ਨਾਵਲਾਂ ਦੀ ਰਚਨਾ ਆਉਂਦੀ ਹੈ ਨਾਨਕ ਸਿੰਘ ਦੀ। ਤਾਂ ਉਹਦੇ ਵਿੱਚ ਕੀ ਆ ਵੀ ਹੁਣ ਪਾਠਕ ਜਿਹੜੇ ਉਹ ਇੰਤਜ਼ਾਰ ਕਰਦੇ ਰਹਿੰਦੇ ਸੀ ਵੀ ਨਾਨਕ ਸਿੰਘ ਦਾ ਅਗਲਾ ਨਾਵਲ ਆਊਗਾ, ਅਸੀਂ ਪੜ੍ਹਾਂਗੇ। ਅਤੇ ਹਾਲਾਂਕਿ ਉਹਦਾ ਵੀ ਇੱਕ ਮਤਲਬ ਲਿਮਿਟ ਸੀਗੀ ਨਾਨਕ ਸਿੰਘ ਦੀ। ਨਾਵਲ ਦੇ ਵਿੱਚ ਉਹ ਜ਼ਿਆਦਾ ਉਸ ਦੇ ਵਿੱਚ ਕੋਈ ਵਿਧੀਆਂ ਅਪਣਾ ਕੇ, ਕੋਈ ਜ਼ਿਆਦਾ ਪ੍ਰਯੋਗ ਕਰਕੇ ਇੰਨਾ ਕੋਈ ਨਾਵਲ ਦਾ ਵਿਕਾਸ ਨਹੀਂ ਕਰ ਸਕਿਆ ਨਾਵਲ ਦਾ। ਪਰ ਹਾਂ, ਨਾਵਲ ਦਾ ਉਸਨੇ ਆਮ ਦੁਨੀਆ ਤੱਕ, ਆਮ ਜਨਤਾ ਤੱਕ ਘਰ ਘਰ ਪਹੁੰਚਾਉਣ ਦੇ ਵਿੱਚ ਬਹੁਤ ਅਹਿਮ ਯੋਗਦਾਨ ਪਾਇਆ ਨਾਨਕ ਸਿੰਘ ਨੇ। ਹੁਣ ਅੱਗੇ ਦੇਖੋ, ਅਗਲੀਆਂ ਗੱਲਾਂ ਦੇਖੋ। ਵਿਅਕਤੀਵਾਦ ਆਦਰਸ਼ਵਾਦ, ਪੰਜਾਬੀ ਨਾਵਲ ਨੂੰ ਧਾਰਮਿਕ ਅਤੇ ਸੰਪਰਦਾਇ ਹਵਾਲਿਆਂ 'ਚੋਂ ਕੱਢਿਆ, ਸਮਾਜਿਕ ਮਸਲਿਆਂ ਦੇ ਨਾਲ ਜੋੜਿਆ ਇਸ ਨੇ। ਅਤੇ ਸਮਾਜ ਦੇ ਵਿੱਚ ਕੀ ਆ, ਸਮਾਜ ਦੀਆਂ ਰੀਤਾਂ ਕੁਰੀਤਾਂ ਹੋ ਗਈਆਂ। ਸਮਾਜ ਦੇ ਵਿੱਚ ਹੈ ਨਾ ਕਈ ਬਹੁਤ ਸਾਰੇ ਮਤਲਬ ਕਿ ਪ੍ਰਥਾਵਾਂ ਚੱਲ ਰਹੀਆਂ, ਪ੍ਰੇਮ ਵਿਵਾਹ ਚੱਲ ਰਿਹਾ, ਜਾਂ ਕੋਈ ਮੰਨ ਲਓ ਕੋਈ ਵਿਧਵਾ ਹੈ ਜਾਂ ਕੋਈ ਔਰਤ ਦੀ ਕੋਈ ਤਰਾਸਦਿਕ ਪਰਿਸਥਿਤੀ ਆ, ਇਹਨਾਂ ਸਾਰੀਆਂ ਨੂੰ ਆਪਣੇ ਨਾਵਲਾਂ ਦੇ ਵਿੱਚ ਲਿਆਉਣ ਵਾਲਾ ਸਭ ਤੋਂ ਪਹਿਲਾ ਨਾਵਲਕਾਰ, ਇਹਨਾਂ ਵਿਸ਼ਿਆਂ ਨੂੰ ਲਿਆਉਣ ਵਾਲਾ ਨਾਨਕ ਸਿੰਘ ਹੈ। ਅਗਲੀ ਗੱਲ ਦੇਖਦੇ ਹਾਂ, ਸਮਾਜ ਦੇ ਯਥਾਰਥ ਜੀਵਨ ਦੀ ਪੇਸ਼ਕਾਰੀ ਕਰਨ ਵਾਲਾ। ਬਿਲਕੁਲ ਸਹੀ ਹੈ, ਸਮਾਜ ਦੇ ਯਥਾਰਥ ਜੀਵਨ ਦੀ ਹੀ ਪੇਸ਼ਕਾਰੀ ਕੀਤੀ ਜਾਂਦੀ ਹੈ। ਨਾਵਲ
ਠੀਕ ਹੈ, ਇੱਕ ਕਲਪਿਤ ਕਥਾ ਹੋ ਸਕਦੀ ਹੈ, ਪਰ ਮੈਂ ਤੁਹਾਨੂੰ ਦੱਸਿਆ ਸੀ ਵੀ ਜਦੋਂ ਆਪਾਂ ਉਸ ਨਾਵਲ ਨੂੰ ਪੜ੍ਹੀਏ, ਜਦੋਂ ਉਸ ਨੂੰ ਵਾਚਨ ਕਰੀਏ ਤਾਂ ਉਦੋਂ ਇਸ ਤਰ੍ਹਾਂ ਲੱਗੇ ਵੀ ਇਹ ਕਹਾਣੀ, ਇਹ ਘਟਨਾ ਜਿਹੜੀ ਕਿਸੇ ਨਾ ਕਿਸੇ ਨਾਲ ਜ਼ਰੂਰ ਬੀਤੀ ਹੋਊਗੀ। ਨਾਵਲ ਦੀ ਪਰਿਭਾਸ਼ਾ ਇਹ ਬਣਦੀ ਹੈ। ਤਾਂ ਇਹ ਯਥਾਰਥਵਾਦੀ ਯਥਾਰਥ ਜੀਵਨ ਦੀ ਪੇਸ਼ਕਾਰੀ ਕਰਦਾ ਸਮਾਜ ਦੇ, ਪਰ ਇਹਦਾ ਪੇਸ਼ ਕਰਨ ਦਾ ਤਰੀਕਾ ਕੀ ਹੈ? ਆਦਰਸ਼ਵਾਦ। ਅੱਗੇ ਦੇਖੋ ਅਗਲੀ ਗੱਲ, ਤਤਕਾਲੀ ਸਮਾਜਿਕ ਸਮੱਸਿਆਵਾਂ, ਸਮਕਾਲੀਨ ਉਹਨਾਂ ਸਮਿਆਂ ਦੇ ਵਿੱਚ ਚੱਲ ਰਹੀਆਂ ਸਮੱਸਿਆਵਾਂ ਕਿਹੜੀਆਂ ਕਿਹੜੀਆਂ ਲਿਆਂਦੀਆਂ ਉਹਨੇ, ਜਿਵੇਂ ਵਿਧਵਾ ਵਿਵਾਹ, ਛੂਤ ਛਾਤ, ਸਮਾਜਿਕ ਦੰਭ, ਸਮਾਜ ਦੇ ਵਿੱਚ ਚੱਲ ਰਹੇ ਪਖੰਡ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਨਸ਼ਾ, ਬਾਲ ਵਿਵਾਹ, ਮੁਕੱਦਮੇਬਾਜ਼ੀ ਅਤੇ ਵੇਸ਼ਵਾਗਮਨੀ ਜਿਹੜੀ ਹੁੰਦੀ ਹੈ, ਔਰਤ ਦੇ ਨਾਲ ਸੰਬੰਧਿਤ ਜਿਹੜੀਆਂ ਤਰਾਸਦਿਕ ਜਿਹੜੀਆਂ ਹੁੰਦੀਆਂ ਤਰਾਸਦੀਆਂ, ਉਹਨਾਂ ਦੀ ਗੱਲ ਕੀਤੀ। ਇਹ ਜਿਹੜੀਆਂ ਸਮਾਜਿਕ ਸਮੱਸਿਆਵਾਂ ਨੂੰ ਸਭ ਤੋਂ ਪਹਿਲਾਂ ਨਾਵਲਾਂ ਦਾ ਵਿਸ਼ਾ ਬਣਾਉਣ ਵਾਲਾ ਨਾਨਕ ਸਿੰਘ ਹੈ। ਅਗਲੀ ਗੱਲ ਹੋਰ ਦੇਖੋ, ਵੇਸ਼ਵਾਪੁਣੇ ਦਾ ਸੰਤਾਪ ਕਿਹੜੇ ਕਿਹੜੇ ਨਾਵਲਾਂ ਦੇ ਵਿੱਚ ਹੈ। ਅਗਰ ਮੰਨ ਲਓ ਪ੍ਰਸ਼ਨ ਆ ਜੇ ਕਿ ਕਿਹੜੇ ਨਾਵਲ ਦੇ ਵਿੱਚ ਵੇਸ਼ਵਾਪੁਣੇ ਦੇ ਨਾਲ ਸੰਬੰਧਿਤ ਘਟਨਾ ਦਾ ਜ਼ਿਕਰ ਕੀਤਾ ਗਿਆ, ਵੇਸ਼ਵਾਪੁਣੇ ਦੇ ਸੰਤਾਪ ਨੂੰ ਪ੍ਰਗਟ ਕੀਤਾ ਗਿਆ ਹੈ, ਤਾਂ ਉਹ ਕੀ ਹੈ ਜੀ? ਟੁੱਟੀ ਵੀਣਾ, ਗੰਗਾ ਜਲੀ ਵਿੱਚ ਸ਼ਰਾਬ ਅਤੇ ਅੱਧ ਖਿੜਿਆ ਫੁੱਲ। ਇਹ ਹੈ ਜਿਹੜੇ ਇਹ ਤਿੰਨ ਜਿਹੜੇ ਇਹ ਨਾਵਲ ਹੈ, ਇਹ ਇਹਨਾਂ ਦੇ ਵਿੱਚ ਵੇਸ਼ਵਾਪੁਣੇ ਦਾ ਜ਼ਿਕਰ ਹੈ। ਵੇਸ਼ਵਾਪੁਣੇ ਦੇ ਨਾਲ, ਵੇਸ਼ਵਾਪੁਣੇ ਦੇ ਵਿਸ਼ੇ ਨੂੰ ਲੈ ਕੇ ਇਹ ਲਿਖੇ ਗਏ ਨਾਵਲ ਹੈ। ਟੁੱਟੀ ਵੀਣਾ, ਗੰਗਾ ਜਲੀ ਵਿੱਚ ਸ਼ਰਾਬ, ਅੱਧ ਖਿੜਿਆ ਫੁੱਲ, ਹੈ ਨਾ। ਸ਼ਰਾਬ ਆਦਿ ਨਸ਼ੇ ਦੇ ਨਾਲ ਸੰਬੰਧਿਤ ਕਿਹੜੇ ਕਿਹੜੇ ਆ? ਜੀਵਨ ਸੰਗਰਾਮ ਅਤੇ ਸੰਗਮ। ਇਹ ਹੈ ਜਿਹੜੇ ਨਾਵਲ ਇਹਦੇ ਸ਼ਰਾਬ ਆਦਿ ਨਸ਼ੇ ਦੇ ਨਾਲ ਆ ਵੀ ਨਸ਼ਾ ਜਿਵੇਂ ਕਿਵੇਂ ਮਤਲਬ ਸਮਾਜ ਦੇ ਵਿੱਚ ਲੋਕਾਂ ਨੂੰ ਇਹ ਖਾਸ ਕਰਕੇ ਵੀ ਸਾਡੇ ਜਿਹੜੇ ਪੰਜਾਬੀ ਜਿਹੜੇ ਹੈਗੇ ਆ ਰਹਿਤਲ ਦੇ ਲੋਕ, ਉਹ ਜ਼ਿਆਦਾ ਮਤਲਬ ਇਸ ਚੀਜ਼ ਨੂੰ ਭੱਜ ਦੌੜ ਜ਼ਿਆਦਾ ਹੁੰਦੀ ਸੀ ਉਹਨਾਂ ਦੀ ਇਸ ਨਸ਼ੇ ਵੱਲ, ਅਤੇ ਉਹਦੇ ਬਾਰੇ ਵੀ ਜ਼ਿਕਰ ਕੀਤਾ। ਸੰਤ ਸਿੰਘ ਸੇਖੋਂ ਨੇ ਗੱਲ ਕਹੀ ਹੈ, ਕਿਉਂਕਿ ਸੰਤ ਸਿੰਘ ਸੇਖੋਂ ਤੁਹਾਨੂੰ ਪਤਾ ਹੈ ਵੀ ਪ੍ਰਸਿੱਧ ਪ੍ਰਗਤੀਵਾਦੀ ਆਲੋਚਕ ਹੈ। ਇਹਦੀ ਇੱਕ ਇੱਕ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ, ਇੱਥੇ ਇੰਪੋਰਟੈਂਟ ਲਾ ਲਿਓ ਵੀ ਤੁਸੀਂ ਸੰਤ ਸਿੰਘ ਸੇਖੋਂ ਦੇ ਨਾਮ ਨਾਲ। ਸੰਤ ਸਿੰਘ ਸੇਖੋਂ ਨੇ ਇੱਕ ਗੱਲ ਕਹੀ, ਕੀ ਕਿਹਾ? ਆਦਰਸ਼ਵਾਦ ਨਾਨਕ ਸਿੰਘ ਦੇ ਨਾਵਲਾਂ ਦੀ ਆਤਮਾ ਹੈ। ਇਹ ਗੱਲ ਕਿਹਨੇ ਆਖੀ ਹੈ? ਸੰਤ ਸਿੰਘ ਸੇਖੋਂ ਨੇ। ਮੰਨ ਲਓ ਪ੍ਰਸ਼ਨ ਪੈ ਜੇ ਕਿ ਆਦਰਸ਼ਵਾਦ ਨਾਨਕ ਸਿੰਘ ਦੇ ਨਾਵਲਾਂ ਦੀ ਆਤਮਾ ਹੈ, ਉਪਰੋਕਤ ਜਿਹੜੀ ਤੋਕਾ ਇਹ ਕਿਹੜੇ ਬੰਦੇ ਨੇ ਆਖੀ ਆ? ਇਹ ਕਥਨ ਕਿਹੜੇ ਬੰਦੇ ਨੇ ਆਖਿਆ? ਤਾਂ ਇਹ ਕਥਨ ਜੀ ਸੰਤ ਸਿੰਘ ਸੇਖੋਂ ਨੇ ਆਖਿਆ। ਕਈਆਂ ਦੇ ਨਾਮ ਆਉਂਦੇ ਹੁੰਦੇ ਆ ਉੱਥੇ, ਜੀ ਸਿੰਘ ਸ਼ੀਤਲ ਦਾ ਪਾ ਦਿੰਦੇ ਆ, ਜਾਂ ਕਿਉਂਕਿ ਆਲੋਚਕ ਨਾਵਲਾਂ ਦਾ ਆਲੋਚਕ ਨਿਰੰਜਨ ਤਸਨੀਮ ਵੀ ਰਿਹਾ, ਨਿਰੰਜਨ ਤਸਨੀਮ ਦਾ ਆਪਸ਼ਨ ਜ਼ਰੂਰ ਪਾਉਂਦੇ ਹੁੰਦੇ ਆ, ਅਤੇ ਉਦੋਂ ਆਪਾਂ ਕਿਤੇ ਭੁਲੇਖੇ 'ਚ ਨਹੀਂ ਪੈਣਾ। ਅਗਲੀ ਗੱਲ ਦੇਖੋ, ਜੋ ਲਗਭਗ ਹਰ ਨਵੇਂ ਨਾਵਲ ਦੇ ਰੂਪ ਵਿੱਚ ਨਵਾਂ ਜਨਮ ਧਾਰਦੀ ਹੈ। ਹਾਂ, ਸੰਤ ਸਿੰਘ ਸੇਖੋਂ ਦਾ ਇਹ ਕਹਿਣਾ ਹੈ ਵੀ ਹਰ ਸਾਲ ਇੱਕ ਨਵਾਂ ਨਾਵਲ ਜਦੋਂ ਰਚਦਾ ਨਾਨਕ ਸਿੰਘ, ਤਾਂ ਉਹ ਇੱਕ ਨਵੇਂ ਆਦਰਸ਼ਵਾਦ ਨੂੰ ਲੈ ਕੇ ਆਉਂਦਾ। ਹਾਂ, ਵਿਸ਼ਾ ਉਹਦਾ ਆਦਰਸ਼ਵਾਦ ਹੀ ਹੈ, ਆਦਰਸ਼ਵਾਦ ਨੂੰ ਨਹੀਂ ਛੱਡਦਾ। 1947 ਦੀ ਵੰਡ ਸਭ ਤੋਂ ਮਹੱਤਵਪੂਰਨ, ਸਾਡੇ ਪੰਜਾਬੀ ਦੇ ਨਾਵਲਕਾਰਾਂ ਦਾ ਸਭ ਤੋਂ ਮਹੱਤਵਪੂਰਨ ਵਿਸ਼ਾ ਜੇ ਕੋਈ ਪੁੱਛ ਲੇ, ਪ੍ਰਸ਼ਨ ਆ ਜਾਏ ਵੀ ਮਹੱਤਵਪੂਰਨ ਵਿਸ਼ਾ ਕਿਹੜਾ ਆ, ਕੀ ਸਮਾਜ ਦੀਆਂ ਕੁਰੀਤੀਆਂ ਦੇ ਨਾਲ ਸੰਬੰਧਿਤ ਕੋਈ ਲਿਖਿਆ, ਜਾਂ ਕੋਈ ਆਪਣੇ ਕਿਸੇ ਨਸ਼ੇ ਦੇ ਬਾਬਤ ਜ਼ਿਆਦਾ ਲਿਖੇ ਗਏ ਆ ਨਾਵਲ, ਤਾਂ ਸਭ ਤੋਂ ਮਨ ਭਾਉਂਦਾ, ਸਭ ਤੋਂ ਮਹੱਤਵਪੂਰਨ ਵਿਸ਼ਾ ਜਿਹੜਾ ਸਾਡੇ ਨਾਵਲਕਾਰਾਂ ਦਾ ਰਿਹਾ ਜਿਹੜਾ, ਉਹ ਹੈਗਾ ਜੀ 1947 ਦੀ ਵੰਡ, ਜਿਹੜੀ ਦੇਸ਼ ਵੰਡ ਹੋਈ, ਜਿਹੜੀ 1947 ਦਾ ਜਿਹੜਾ ਪਾਰਟੀਸ਼ਨ ਹੋਇਆ, ਉਹਨੂੰ ਲੈ ਕੇ ਬਹੁਤ ਸਾਰੇ ਨਾਵਲ ਲਿਖੇ ਗਏ। ਅਤੇ ਨਾਨਕ ਸਿੰਘ ਨੇ ਦੇਖੋ ਕਿਹੜੇ ਕਿਹੜੇ ਨਾਵਲ ਲਿਖੇ ਆ। ਇੱਕ ਉਹਦਾ ਹੈਗਾ ਅੱਗ ਦੀ ਖੇਡ, ਖੂਨ ਦੇ ਸੋਹਲੇ, ਮੰਝ ਧਾਰ ਅਤੇ ਆਦਮਖੋਰ। ਇਹ ਹੈ ਜਿਹੜੇ 1947 ਦੀ ਵੰਡ ਦੇ ਨਾਲ ਸੰਬੰਧਿਤ ਨਾਵਲ ਹੈ। ਇਹਨਾਂ ਦੇ ਵਿੱਚ 1947 ਦੀ ਵੰਡ ਦੀਆਂ ਘਟਨਾਵਾਂ ਦਾ ਜ਼ਿਕਰ ਹੈ। ਅਗਲੀ ਗੱਲ, ਆਰਥਿਕ ਬੇਬਸੀਆਂ ਵਿੱਚੋਂ ਉਪਜੀ ਉਪਰਾਮਤਾ, ਕਿਉਂਕਿ ਜਦੋਂ ਬੰਦਾ ਆਰਥਿਕ ਪੱਖ ਤੋਂ ਬੇਬਸ ਹੋ ਜੇ ਨਾ, ਜਦੋਂ ਬੰਦੇ ਨੂੰ ਪਤਾ ਨਾ ਲੱਗੇ ਵੀ ਹੁਣ ਪੈਸਾ ਕਿੱਧਰੋਂ ਆਊਗਾ, ਆਰਥਿਕ ਪੱਖ ਮਤਲਬ ਕਿ ਪੈਸਾ ਨਹੀਂ ਆਇਆ, ਤਾਂ ਫਿਰ ਰੋਟੀ, ਕੱਪੜਾ ਅਤੇ ਮਕਾਨ, ਇਹ ਤਿੰਨ ਚੀਜ਼ਾਂ ਜਿਹੜੀਆਂ ਮੂਲਭੂਤ ਚੀਜ਼ਾਂ, ਇਹ ਆਰਥਿਕਤਾ ਦੇ ਨਾਲ ਸੰਬੰਧਿਤ ਆ। ਅਤੇ ਉਦੋਂ ਕੀ ਹੋਊਗਾ? ਉਦੋਂ ਬੰਦਾ ਉਪਰਾਮ ਨਹੀਂ ਹੋ ਜਾਂਦਾ ਜ਼ਿੰਦਗੀ ਤੋਂ। ਉਪਰਾਮ ਹੋਇਆ ਬੰਦਾ ਤਾਂ ਕੁਛ ਵੀ ਕਰ ਸਕਦਾ, ਉਪਰਾਮ ਹੋਇਆ ਬੰਦਾ ਤਾਂ ਫਾਂਸੀ ਵੀ ਲੈ ਸਕਦਾ, ਉਪਰਾਮ ਹੋਇਆ ਬੰਦਾ ਟ੍ਰੇਨ ਥੱਲੇ ਵੀ ਆ ਸਕਦਾ, ਕਿਉਂਕਿ ਆਰਥਿਕਤਾ ਜਿਹੜੀ ਉਹ ਇੰਨੀ ਮੰਦੀ ਹੈ ਨਾ। ਆਰਥਿਕਤਾ ਨੂੰ ਲੈ ਕੇ ਕਿਹੜੇ ਕਿਹੜੇ ਨਾਵਲ ਲਿਖੇ ਗਏ ਆ ਦੇਖੋ। ਨਾਸੂਰ, ਕੱਟੀ ਹੋਈ ਪਤੰਗ ਅਤੇ ਛਲਾਵਾ। ਅੱਗੇ ਹੈ ਜੀ ਇੱਕ ਮਿਆਨ ਦੋ ਤਲਵਾਰਾਂ, 1960 ਦੇ ਵਿੱਚ ਰਚਿਆ ਗਿਆ ਸੀ। ਇਹ ਗਦਰ ਲਹਿਰ ਦੇ ਇਤਿਹਾਸ ਨੂੰ ਪੇਸ਼ ਕੀਤਾ ਜੀ। ਅਗਰ ਤੁਸੀਂ ਹਿਸਟਰੀ ਪੜ੍ਹਦੇ ਹੋ ਤਾਂ ਗਦਰ ਲਹਿਰ ਦਾ ਨਾਮ ਜ਼ਰੂਰ ਆਉਂਦਾ ਹੈ। ਅਤੇ ਜੇ ਮੰਨ ਲਓ ਤੁਸੀਂ ਕਿਤੇ ਆਪਣੇ ਦੁਆਬੇ ਵਾਲੀ ਸਾਈਡ ਜਾਓ ਤਾਂ ਉੱਥੇ ਬਹੁਤ ਸਾਰੇ ਚੌਂਕ ਜਾਂ ਕੋਈ ਇਸ ਤਰ੍ਹਾਂ ਦੇ ਤੁਸੀਂ ਦੇਖ ਸਕਦੇ ਹੋ ਪੁਲ, ਜਿਨ੍ਹਾਂ ਦੇ ਨਾਮ ਗਦਰੀ ਬਾਬੇ ਲਿਆ ਗਿਆ ਹੈ, ਕਿਉਂਕਿ ਗਦਰ ਲਹਿਰ ਹੈ ਜਿਹੜੀ ਉਹ ਬਹੁਤ ਸਾਰੇ ਮਤਲਬ ਉਹਦੇ ਵਿੱਚ ਜਿਹੜੇ ਸਾਡੇ ਸ਼ਹੀਦ ਹੋਏ ਦੇਸ਼ ਵਾਸਤੇ, ਉਹ ਬਹੁਤ ਸਾਰੇ ਪੰਜਾਬ ਦੇ ਵੀ ਸੀ। ਹਾਂਜੀ, ਅੱਗੇ ਦੇਖੋ, ਪੰਜਾਬੀ ਨਾਵਲ ਨੂੰ ਪਹਿਲਾ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਜੀ ਇਹਦਾ।
ਜਿਹੜਾ ਇੱਕ ਮਿਆਨ ਦੋ ਤਲਵਾਰਾਂ 1960 ਦੇ ਵਿੱਚ ਰਚਿਆ ਗਿਆ। ਅੱਗੇ ਦੇਖੋ ਗਗਨ ਦਮਾਮਾ ਬਾਜਿਓ ਦੇ ਵਿੱਚ ਸੋਢੀ ਖਾਨਦਾਨ ਦੀ ਪੇਸ਼ਕਾਰੀ ਕੀਤੀ ਹੈ, ਮੈਂ ਲਿਖਿਆ ਹੋਇਆ ਉੱਪਰ। ਮੰਨ ਲਓ ਵੈਸੇ ਹੀ ਪ੍ਰਸ਼ਨ ਆ ਜੇ, ਸੋਢੀਆਂ ਦਾ ਖਾਨਦਾਨ ਪ੍ਰਸਿੱਧ ਰਿਹਾ ਤੁਹਾਨੂੰ ਪਤਾ ਹੈ ਵੀ, ਕਿਉਂਕਿ ਜਿਵੇਂ ਸਾਡੇ ਗੁਰੂਆਂ ਦੇ ਵੀ ਸਾਡੇ ਗੁਰੂ ਹੈ ਜਿਵੇਂ ਗੁਰੂ ਰਾਮਦਾਸ ਜੀ, ਇਹ ਸੋਢੀਆਂ ਦੀ ਵੰਸ਼ ਦੇ ਵਿੱਚੋਂ ਜਿਵੇਂ ਹੈ ਨਾ, ਤਾਂ ਸੋਢੀਆਂ ਦਾ ਰਿਹਾ ਇੱਕ ਮਤਲਬ ਬਹੁਤ ਪ੍ਰਭਾਵ ਰਿਹਾ ਸੋਢੀ ਇੱਕ ਵੰਸ਼। ਤਾਂ ਉਹ ਸੋਢੀ ਖਾਨਦਾਨ ਦੀ ਇੱਕ ਪੇਸ਼ਕਾਰੀ ਕੀਤੀ ਹੈ, ਇੱਕ ਵੈਸੇ ਹੀ ਕਾਮਨ। ਮੈਂ ਤੁਹਾਨੂੰ ਉਹਦਾ ਆਪਣੇ ਗੁਰੂਆਂ ਨਾਲ ਕੋਈ ਸੰਬੰਧ ਨਹੀਂ, ਇਹਦਾ ਸੋਢੀ ਖਾਨਦਾਨ ਐਵੇਂ ਨਹੀਂ ਗਾ, ਮੈਂ ਇੱਕ ਵੈਸੇ ਹੀ ਤੁਹਾਨੂੰ ਦੱਸੀ ਹੈ ਇੱਕ ਗੱਲ ਨਾਲ, ਹਾਂਜੀ, ਰੈਫਰੈਂਸ ਦੇ ਕੇ। 1965 ਦੇ ਭਾਰਤ ਪਾਕ ਯੁੱਧ ਦਾ ਜ਼ਿਕਰ ਗਗਨ ਦਮਾਮਾ ਬਾਜਿਓ ਨਾਵਲ ਦੇ ਵਿੱਚ ਕੀਤਾ ਗਿਆ। 1947 ਦੀ ਵੰਡ ਨਾਲ ਸੰਬੰਧਿਤ ਨਾਵਲ ਜਿਹੜੇ ਉਹ ਅੱਡ, ਅੱਗ ਦੀ ਖੇਡ, ਖੂਨ ਦੇ ਸੋਹਲੇ, ਮੰਝਧਾਰ, ਆਦਮਖੋਰ ਤੇ ਗਗਨ ਦਮਾਮਾ ਬਾਜਿਓ 1965 ਦੇ ਭਾਰਤ ਪਾਕ ਯੁੱਧ। ਇੱਕ ਹੈਗਾ ਜੀ ਕੋਈ ਹਰਿਆ ਬੂਟ ਰਹੇ ਹੋਰੀ, ਕੋਈ ਹਰਿਆ ਬੂਟ ਰਹੇ ਹੋਰੀ। ਦੇਖੋ ਇਹ ਗੁਰਬਾਣੀ ਦੇ ਵਿੱਚ ਪੰਕਤੀ ਆਉਂਦੀ ਹੈ, ਪੰਕਤੀ ਪੂਰੀ ਐਵੇਂ ਹੈ ਵੀ ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹੇ ਹੋਰੀ। ਦਾਵਾ ਜੰਗਲ ਦੀ ਅੱਗ ਨੇ, ਦਾਵਾ ਮਤਲਬ ਜੰਗਲ, ਜੰਗਲ ਦੀ ਅੱਗ ਨੇ ਬਹੁਤ ਸਾਰੇ ਤ੍ਰਿਣ ਦਰਖਤ ਆ ਜਿਹੜੇ ਉਹ ਜਲਾ ਦਿੱਤੇ, ਕੋਈ ਹਰਿਆ ਬੂਟ ਰਹੇ ਹੋਰੀ, ਜਿਹੜਾ ਹਰਾ ਬੂਟਾ ਸੀ ਉਸ ਨੂੰ ਅੱਗ ਜਲਾ ਨਹੀਂ ਸਕੀ। ਤਾਂ ਇਹਦੇ ਵਿੱਚ ਇਹ ਮਤਲਬ ਉਸ ਤੋਂ ਚੱਕੀ ਗਈ ਪੰਕਤੀ ਹੈ, ਕੋਈ ਹਰਿਆ ਬੂਟ ਰਹੇ ਹੋਰੀ। ਤੁਹਾਨੂੰ ਕਿਤੇ ਐਵੇਂ ਮਤਲਬ ਕੀ ਹੈ ਵੀ ਤੁਸੀਂ ਵੇਖ ਕੇ ਅਤੇ ਬੇਹੋਸ਼ੀ ਦੀ ਅਵਸਥਾ ਦੇ ਵਿੱਚ ਆ ਜਾਓ, ਇਹਦਾ ਨਾਮ ਵੀ ਇਹ ਕੀ ਨਾਮ ਹੋਇਆ, ਕੋਈ ਹਰਿਆ ਬੂਟ ਰਹੇ ਹੋਰੀ। ਭ੍ਰਿਸ਼ਟਾਚਾਰ ਅਤੇ ਪੱਛਮੀ ਸਿੱਖਿਆ ਢਾਂਚੇ ਦੁਆਰਾ ਸਮਾਜ ਵਿੱਚ ਪੈਦਾ ਹੋਈਆਂ ਆਰਥਿਕ ਅਤੇ ਮਾਨਸਿਕ ਦੁਸ਼ਵਾਰੀਆਂ ਦਾ ਜ਼ਿਕਰ। ਪੱਛਮੀ ਜਿਹੜੀ ਹੈਗੀ ਆ ਮਤਲਬ ਕਿ ਯੂਰਪੀਅਨ ਦੀ ਗੱਲ ਕਰਦੇ ਆ, ਜਦੋਂ ਪੱਛਮੀ ਮਤਲਬ ਗੱਲ ਆਉਂਦੀ ਹੈ ਉਦੋਂ ਯੂਰਪੀਅਨ ਦੀ ਗੱਲ ਹੋ ਰਹੀ ਹੁੰਦੀ। ਯੂਰਪੀਅਨ ਜਿਹੜੇ ਸੀਗੇ ਸਾਡੇ, ਜਦੋਂ ਅੰਗਰੇਜ਼ਾਂ ਨੇ ਕੀ ਕੀਤਾ, ਜਿਹੜੀ ਉਹ ਸਿੱਖਿਆ ਪ੍ਰਣਾਲੀ ਸਾਡੇ ਦੇਸ਼ 'ਤੇ ਜਿਹੜੀ ਲਾਗੂ ਕੀਤੀ, ਉਸ ਨੂੰ ਲੈ ਕੇ ਉਸ ਤੋਂ ਬਾਅਦ ਜਿਹੜੀਆਂ ਪੈਦਾ ਹੋਈਆਂ ਆਰਥਿਕ ਅਤੇ ਮਾਨਸਿਕ ਦੁਸ਼ਵਾਰੀਆਂ ਦਾ ਜ਼ਿਕਰ ਅਤੇ ਉਸ ਭ੍ਰਿਸ਼ਟਾਚਾਰ ਦਾ ਜ਼ਿਕਰ ਕੋਈ ਹਰਿਆ ਬੂਟ ਰਹੇ ਹੋਰੀ ਨਾਵਲ ਦੇ ਵਿੱਚ ਕੀਤਾ ਹੈ। ਅਗਲੀ ਗੱਲ, ਸਭ ਤੋਂ ਵੱਧ ਲੋਕਪ੍ਰਿਯ ਆ, ਸਭ ਤੋਂ ਵਧੇਰੇ ਨਾਵਲ ਲਿਖੇ ਆ, ਪੰਜਾਬੀ ਨਾਵਲ ਦਾ ਪਿਤਾਮਾ ਕਹਿੰਦੇ ਆ। ਇਹਦਾ ਦੇਖੋ ਜੀ ਕਿਹਦੇ ਨਾਲ ਸੰਬੰਧ ਆ, ਮੱਧ ਵਰਗੀ ਸ਼੍ਰੇਣੀ ਦੇ ਨਾਲ ਆ। ਇੱਕ ਹੁੰਦੇ ਆ ਉੱਚ ਵਰਗ, ਇੱਕ ਹੁੰਦੇ ਆ ਮੱਧ ਵਰਗ, ਇੱਕ ਹੁੰਦੇ ਆ ਨਿਮਨ ਵਰਗ। ਇਹਦਾ ਹੈਗਾ ਸੰਬੰਧ ਮੱਧ ਵਰਗੀ ਸ਼੍ਰੇਣੀ, ਅਤੇ ਜ਼ਿਆਦਾਤਰ ਜਿਹੜੇ ਹੈਗੇ ਆ ਉਹ ਹੈਗੀ ਆ ਸ਼ਹਿਰੀ ਮੱਧ ਸ਼੍ਰੇਣੀ ਦੇ ਨਾਲ ਸੰਬੰਧਿਤ। ਇੱਕ ਹੁੰਦੀ ਆ ਪੇਂਡੂ ਮੱਧ ਸ਼੍ਰੇਣੀ, ਇੱਕ ਹੁੰਦੀ ਹੈ ਸ਼ਹਿਰੀ ਮੱਧ ਸ਼੍ਰੇਣੀ। ਤਾਂ ਇਹਦੇ ਵਿੱਚ ਕੀ ਹੈ ਜੀ, ਜ਼ਿਆਦਾਤਰ ਜਿਹੜੇ ਨਾਨਕ ਸਿੰਘ ਦੇ ਨਾਵਲ ਆ ਜਿਹੜੇ ਉਹਨਾਂ ਦੀ ਘਟਨਾ ਦੇ ਵਿੱਚ ਘਟਨਾ ਜਿਹੜੀ ਉਹ ਸ਼ਹਿਰੀ ਮੱਧ ਸ਼੍ਰੇਣੀ ਦੇ ਨਾਲ ਜੁੜਦੀ ਹੈ। ਮੱਧ ਸ਼੍ਰੇਣੀ ਤਾਂ ਹੈ ਪਰ ਸ਼ਹਿਰੀ ਹੈ, ਸੁਧਾਰਵਾਦੀ ਆਦਰਸ਼ਵਾਦੀ ਹੈ, ਮਤਲਬ ਉਹ ਸੁਧਾਰਵਾਦ ਚਾਹੁੰਦਾ, ਆਦਰਸ਼ਵਾਦ ਚਾਹੁੰਦਾ। ਉਹ ਪਾਤਰ ਦੇ ਜਿਹੜੇ ਪਾਤਰ ਹੈ ਜਿਹੜੇ ਉਹਨਾਂ ਨੂੰ ਆਪਣੇ ਹਿਸਾਬ ਨਾਲ ਮੋੜਦਾ। ਉਹ ਐਵੇਂ ਨਹੀਂਗਾ ਵੀ ਜਿਵੇਂ ਜਾਂਦੇ ਉਵੇਂ ਜਾਣਦੇ, ਕਿਉਂਕਿ ਹੁਣ ਕਈ ਵਾਰੀ ਤੁਸੀਂ ਦੇਖਦੇ ਹੋ ਵੀ ਅੱਜ ਕੱਲ੍ਹ ਫਿਲਮਾਂ ਐਵੇਂ ਦੀਆਂ ਆਉਣ ਲੱਗ ਗਈਆਂ, ਅੱਜ ਕੱਲ੍ਹ ਮੂਵੀਜ਼ ਜਾਂ ਕੋਈ ਨਾਟਕ ਐਵੇਂ ਦੇ ਚੱਲ ਰਹੇ ਆ ਵੀ ਜਿਹਦੇ ਵਿੱਚ ਐਕਟਰ ਹੈ ਜਿਹੜਾ ਉਹ ਐਵੇਂ ਲੱਗਦਾ ਵੀ ਉਹ ਵਿਲਨ ਆ, ਐਵੇਂ ਲੱਗਦਾ ਨਾ ਵੀ ਉਹ ਮਤਲਬ ਕੀ ਆ ਵੀ ਆਪਣੀ ਮੰਜ਼ਿਲ ਪ੍ਰਾਪਤ ਕਰਨ ਵਾਸਤੇ, ਆਪਣੀ ਉਸ ਗੋਲ ਨੂੰ ਪ੍ਰਾਪਤ ਕਰਨ ਵਾਸਤੇ ਕੀ ਕਰ ਰਿਹਾ ਹੈ, ਪੁੱਠੇ ਸਿੱਧੇ ਰਸਤੇ ਅਪਣਾ ਰਿਹਾ। ਤਾਂ ਉਹਦੇ ਵਿੱਚ ਉਹਦਾ ਆਦਰਸ਼ਵਾਦ ਨਹੀਂ ਹੈ। ਤਾਂ ਇਹਨੂੰ ਤਾਂ ਕਿਹਾ ਜਾਂਦਾ ਮਤਲਬ ਕੀ ਹੈ ਵੀ ਕਿਉਂਕਿ ਹਰ ਕੋਈ ਬੰਦਾ ਜਿਹੜਾ ਚਾਹੇ ਕੋਈ ਵੀ ਕਿੰਨਾ ਵੀ ਦੁਨੀਆ 'ਤੇ ਕਹੇ ਵੀ ਮੈਂ ਬੜਾ ਇਮਾਨਦਾਰ ਹਾਂ, ਇਹ ਨਹੀਂ ਹੋ ਸਕਦਾ। ਆਦਰਸ਼ਵਾਦ ਹੈ ਜਿਹੜਾ ਉਹ ਨਾਨਕ ਸਿੰਘ ਦੇ ਨਾਵਲਾਂ ਦੇ ਵਿੱਚ ਬਹੁਤ ਭਾਰੂ ਹੈ। ਅਗਲੀ ਗੱਲ ਦੇਖਦੇ ਹਾਂ ਕੀ ਲਿਖਿਆ, ਸੁਧਾਰਵਾਦੀ, ਸੁਧਾਰਵਾਦ ਚਾਹੁੰਦਾ ਉਹ ਕੀ ਕਰਦਾ ਵੀ ਜਿਵੇਂ ਸੁਧਾਰਵਾਦੀ ਦਾ ਦੇਖ ਲਓ, ਪਵਿੱਤਰ ਪਾਪੀ ਦੇ ਵਿੱਚ ਸੁਧਾਰਵਾਦ ਦਾ ਸਭ ਤੋਂ ਵੱਡਾ ਜ਼ਿਕਰ ਦੇਖ ਲਓ ਕੀ ਹੁੰਦਾ ਵੀ ਹੁਣ ਉਹਨੂੰ ਲੋੜ ਹੈ ਵਿਚਾਰੇ ਨੂੰ, ਕਿਦਾਰ ਨੂੰ ਕਿਸ ਚੀਜ਼ ਦੀ ਲੋੜ ਹੈ, ਕਿਦਾਰ ਨੂੰ ਲੋੜ ਹੈ ਜੀ ਪੈਸਿਆਂ ਦੀ। ਅਤੇ ਪਰ ਉਹ ਕੀ ਕਰਦਾ, ਹੁਣ ਉਹ ਜਿਹੜਾ ਪੰਨਾ ਲਾਲ ਹੈ ਜਿਹੜਾ ਉਹ ਜਦੋਂ ਚਿੱਠੀ ਲਿਖਦਾ ਉਹਨੂੰ, ਤਾਂ ਉਹ ਕੀ ਕਰਦਾ ਵੀ ਆਪਣੇ ਵਿੱਚ ਉਹਦੇ ਵਿੱਚ ਸੁਧਾਰ ਆ ਜਾਂਦਾ ਵੀ ਮੈਂ ਠੀਕ ਹੈ, ਮੇਰੀਆਂ ਲੋੜਾਂ ਤਾਂ ਚਲੋ ਚੱਲਦੀਆਂ ਹੀ ਰਹਿਣਗੀਆਂ ਅਤੇ ਮੈਂ ਵੀ ਕਿਉਂ ਨਾ ਇਹਨਾਂ ਦੀ ਮਦਦ ਕਰਾਂ। ਐਵੇਂ ਕੋਈ ਨਹੀਂ ਕਰਦਾ ਅੱਜ ਦੇ ਸਮਾਜ ਵਿੱਚ, ਇਹਨੂੰ ਕਿਹਾ ਜਾਂਦਾ ਸੁਧਾਰਵਾਦ। ਅੱਗੇ ਦੇਖੋ ਜੀ, ਗਲਪ ਸ਼ੈਲੀ ਹੈਗੀ ਹੈ ਜਿਹੜੀ, ਗਲਪ ਸ਼ੈਲੀ ਹੈ ਜਿਹੜੀ ਉਹ ਭਾਸ਼ਣੀ ਸ਼ੈਲੀ ਆ, ਭਾਸ਼ਣ ਦੇ ਰੂਪ ਵਿੱਚ ਲਿਖੇ ਗਏ ਇਹਦੇ ਨਾਵਲ ਆ। ਲਹਿਜਾ ਜਿਹੜਾ ਉਹ ਸੰਬੋਧਨੀ ਹੈ, ਕਥਾਨਕ ਪੂਰਵ ਮਿਥਿਤ ਮਨੋਰਥ ਕਾਰਨ, ਮੌਕਾ ਮੇਲ ਵਿਧੀ ਦੇ ਅਨੁਸਾਰ ਹੈ। ਪਾਤਰ ਸੰਕਲਪ ਭਾਵਨਾ ਮੂਲਕ ਦ੍ਰਿਸ਼ਟੀ ਵਾਲਾ ਹੈ। ਪਾਤਰ ਹੈ ਜਿਹੜਾ ਉਹ ਸੰਕਲਪ ਧਾਰਨ ਕਰਦਾ ਵੀ ਜਿਵੇਂ ਆਪਾਂ ਆਪਣੇ ਨਾਵਲ 'ਤੇ ਹੀ ਰਹਿਣਾ, ਜਿਹੜਾ ਆਪਣਾ ਨਾਵਲ ਹੈ ਜਿਹੜਾ ਆਪਣੇ BA ਦੇ ਵਿੱਚ ਲੱਗਿਆ ਹੋਇਆ। ਹਾਂਜੀ, ਪਾਣੀ ਮੈਂ ਪੀ ਲਿਆ, ਫਿਰ ਦੁਬਾਰੇ ਦੱਸਦਾ ਤੁਹਾਨੂੰ ਗੱਲ। ਜਿਹੜੀ ਨਾਵਲ ਸ਼ੈਲੀ ਹੈ ਜਿਹੜੀ ਲਿਖਣ ਦੀ ਉਹ ਹੈਗੀ ਭਾਸ਼ਣੀ, ਕਿਉਂਕਿ ਸ਼ੈਲੀ ਹੁੰਦੀ ਆ ਹਰ ਨਾਵਲਕਾਰ ਦੀ, ਹਰ ਲੇਖਕ ਦੀ ਆਪੋ ਆਪਣੀ ਸ਼ੈਲੀ। ਕਿਹਨੂੰ ਕਿਹਾ ਜਾਂਦਾ, ਸ਼ੈਲੀ ਦਾ ਸ਼ਾਬਦਿਕ ਅਰਥ ਹੁੰਦਾ ਢੰਗ, ਤਰੀਕਾ, ਵੇ, ਰਸਤਾ।
ਤਾਂ ਹੁਣ ਇਹਦੇ ਵਿੱਚ ਢੰਗ ਜਾਂ ਤਰੀਕਾ ਜਿਹੜਾ ਹੈਗਾ ਉਹ ਨਾਨਕ ਸਿੰਘ ਦਾ ਲਿਖਣ ਵਾਲਾ ਉਹ ਹੈਗਾ ਜੀ ਭਾਸ਼ਣੀ ਸ਼ੈਲੀ। ਅੱਗੇ ਹਾਂ ਲਹਿਜਾ ਜਿਹੜਾ ਉਹ ਸੰਬੋਧਨੀ ਟਾਈਪ ਆ, ਸ਼ੈਲੀ ਭਾਸ਼ਣੀ ਹੈ। ਕਥਾਨਕ ਜਿਹੜਾ ਪਲਾਟ ਜਿਹਦੇ ਉੱਪਰ ਪੂਰੇ ਨਾਵਲ ਦੀ ਕਹਾਣੀ ਸਿਰਜੀ ਜਾਂਦੀ ਹੈ ਉਸ ਨੂੰ ਕਿਹਾ ਜਾਂਦਾ ਕਥਾਨਕ। ਮਿਥਿਤ ਪੂਰਵ ਪਹਿਲਾਂ ਤੋਂ ਮਿਥਿਆ ਹੋਇਆ ਮਨੋਰਥ ਕਾਰਨ ਮੌਕਾ ਮੇਲ ਵਿਧੀ ਦੇ ਅਨੁਸਾਰ ਹੈ। ਪਾਤਰ ਸੰਕਲਪ ਭਾਵਨਾ ਮੂਲਕ ਦ੍ਰਿਸ਼ਟੀ ਵਾਲੇ ਆ। ਅਗਲੀ ਦੇਖਦੇ ਹਾਂ ਆਪਾਂ ਗੱਲ। ਹਾਂਜੀ ਕੁੱਲ 46 ਨਾਵਲ ਹੈ, ਵਿੱਚੋਂ 38 ਹੈਗੇ ਆ ਮੌਲਿਕ ਤੇ 8 ਜਿਹੜੇ ਅਨੁਵਾਦਿਤ ਹੈ। ਮਾਨਵਤਾਵਾਦੀ ਲੇਖਕ ਹੈ ਜੀ। ਮਾਨਵਤਾਵਾਦੀ ਕਿਹਨੂੰ ਕਹਿੰਦੇ ਅੱਗੇ ਮੈਂ ਲਿਖਿਆ ਹੋਇਆ, ਤਰਸ ਅਤੇ ਪ੍ਰੇਮ ਮਨੁੱਖ ਵਾਸਤੇ ਲਾਜ਼ਮੀ ਸ਼ਰਤਾਂ ਹਨ। ਤਰਸ ਅਤੇ ਪ੍ਰੇਮ ਦੇ ਰੋਹ ਦੇ ਵਿੱਚ ਆ ਕੇ ਕਿਰਦਾਰ ਹੈ ਜਿਹੜਾ ਉਹ ਤਰਸ ਕਰਕੇ ਹੀ ਪੰਨਾ ਲਾਲ ਦੇ ਪਰਿਵਾਰ ਨੂੰ ਪਾਲਦਾ ਅਤੇ ਇੱਕ ਉਹ ਪ੍ਰੇਮ ਕਰਕੇ ਹੀ ਮਤਲਬ ਕੀ ਹੈ ਉਹ ਘਰ-ਬਾਰ ਹੈ ਜਿਹੜਾ ਉਹਦਾ ਆਪਣੇ ਪੰਨਾ ਲਾਲ ਦੇ ਘਰੋਂ ਵੀ ਆ ਜਾਂਦਾ ਵਾਪਸ, ਹੈ ਨਾ। ਇਹ ਸਾਰੀਆਂ ਚੀਜ਼ਾਂ ਪ੍ਰੇਮ ਦੀ ਖਿੱਚ ਹੀ ਹੈ ਜਿਹੜੀ ਉਹਨੂੰ ਪੰਨਾ ਲਾਲ ਨੂੰ ਉਹ ਪੈਸੇ ਵੀ ਦਿੰਦਾ ਲਾਸਟ ਦੇ ਵਿੱਚ ਅਤੇ ਅੰਤ ਦੇ ਵਿੱਚ ਉਹਨਾਂ ਨੂੰ ਤਾਰ ਦੇ ਦੁਆਰਾ ਤਾਰ ਰਾਹੀਂ ਸੁਨੇਹਾ ਵੀ ਭੇਜਦਾ ਕਿ ਉਹਨੂੰ ਗੁਆਂਢੀ ਦੇ ਦੁਆਰਾ ਭੇਜ ਦਿੰਦਾ ਵੀ ਜਾ ਤੂੰ ਤਾਰ ਪਾ ਕੇ ਆ ਅਤੇ ਉਹਨਾਂ ਨੂੰ ਸੁਨੇਹਾ ਦੇ ਵੀ ਮੈਂ ਮਰਨ ਵਾਲਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਤਰਸ ਅਤੇ ਪ੍ਰੇਮ ਦੀ ਭਾਵਨਾ ਦੇ ਵਿੱਚ ਆਉਂਦੀਆਂ, ਤਰਸ ਅਤੇ ਪ੍ਰੇਮ। ਆਰੰਭ ਦੇ ਵਿੱਚ ਲਘੂ ਨਾਵਲ ਲਿਖੇ ਨੇ। ਮਤਰੇਈ ਮਾਂ 1928 ਦੇ ਵਿੱਚ ਲਿਖਿਆ ਗਿਆ ਪਹਿਲਾ ਨਾਵਲ ਹੈ ਇਹਦਾ। ਅੱਗੇ ਦੇਖੋ ਮਤਰੇਈ ਮਾਂ 1928 ਦੇ ਵਿੱਚ ਜਿਹੜਾ ਲਿਖਿਆ ਹੋਇਆ ਇਹ ਨਾਨਕ ਸਿੰਘ ਦਾ ਪਹਿਲਾ ਨਾਵਲ ਹੈ। ਅੱਗੇ ਕਾਲ ਚੱਕਰ 1928 ਇਹ ਆ ਜਿਹੜੇ ਇਹ ਨਾਵਲ ਹੈਗੇ ਆ ਇਹ ਲਘੂ ਨਾਵਲ ਹੈ। ਅੱਗੇ ਮਿੱਠਾ ਮੋਹਰਾ, ਮੋਹਰਾ ਦਾ ਸ਼ਾਬਦਿਕ ਅਰਥ ਹੁੰਦਾ ਜ਼ਹਿਰ। ਇਹ ਮਿੱਠਾ ਮੋਹਰਾ ਜਿਹੜਾ ਨਾਵਲ ਹੈ ਇਹ ਵੀ 1930 ਦੇ ਨੇੜੇ 1930 ਲਿਖਿਆ, 1930 ਦੇ ਵਿੱਚ ਹੀ ਲਿਖਿਆ ਗਿਆ। ਇਹ ਲਘੂ ਨਾਵਲ ਹੈ ਇਹਦੇ ਸਾਰੇ। ਉਸ ਤੋਂ ਬਾਅਦ ਹੈ ਜਿਹੜਾ ਇਹ ਚਿੱਟਾ ਲਹੂ ਜਿਹੜਾ ਇਹ ਨਾਵਲ ਲਿਖਦਾ 1932 ਦੇ ਵਿੱਚ। ਇੱਕ ਚਿੱਟਾ ਲਹੂ ਅਤੇ ਇੱਕ ਪਵਿੱਤਰ ਪਾਪੀ। ਇਹ ਜਿਹੜੇ ਨਾਵਲ ਹੈ ਇਹਨਾਂ ਤੋਂ ਬਾਅਦ ਕੋਈ ਵੀ ਇੰਨਾ ਸ਼ਾਨਦਾਰ ਪ੍ਰਭਾਵ ਵਾਲਾ ਨਾਵਲ ਇਹਦਾ ਨਹੀਂ ਰਿਹਾ ਜਿੰਨੇ ਚਿੱਟਾ ਲਹੂ ਅਤੇ ਪਵਿੱਤਰ ਪਾਪੀ ਨਾਵਲਾਂ ਦਾ ਪ੍ਰਭਾਵ ਰਿਹਾ। ਆਦਰਸ਼ਵਾਦੀ ਵਿਚਾਰਧਾਰਾ ਜਿਹੜੀ ਇਹਦੀ ਹੈਗੀ ਆ, ਜਿਹੜਾ ਇਹ ਮਾਨਵਵਾਦੀ ਲੇਖਕ ਇਹਨੂੰ ਕਿਉਂ ਕਿਹਾ ਜਾਂਦਾ ਇਹਦਾ ਕਾਰਨ ਚਿੱਟਾ ਲਹੂ ਅਤੇ ਪਵਿੱਤਰ ਪਾਪੀ ਨਾਵਲਾਂ ਦਾ ਕਰਕੇ। 1932 ਇਹਦਾ ਸਨ ਤੁਸੀਂ ਚੇਤੇ ਰੱਖਣਾ। ਵਿਧਵਾ ਦੀ ਦੁਰਗਤੀ ਦੇ ਨਾਲ ਸੰਬੰਧਿਤ ਹੈ ਜੋ ਅੰਤ ਦੇ ਵਿੱਚ ਵੇਸ਼ਵਾ ਬਣ ਜਾਂਦੀ ਹੈ, ਉਹਦੇ ਨਾਲ ਸੰਬੰਧਿਤ ਕਹਾਣੀ ਚਿੱਟਾ ਲਹੂ ਨਾਵਲ ਦੇ ਵਿੱਚ ਲਿਖੀ ਜਾਂਦੀ ਹੈ। ਅਤੇ ਹੁਣ ਇਹਦੇ ਵਿੱਚ ਕੀ ਹੈ, ਚਿੱਟਾ ਲਹੂ ਦਾ ਵੈਸੇ ਕੀ ਹੁੰਦਾ ਵੀ ਆਪਾਂ ਕਹਿ ਦਿੰਦੇ ਹਾਂ ਜੀ ਫਲਾਣੇ ਦਾ ਲਹੂ ਸਫੇਦ ਹੋ ਗਿਆ, ਫਲਾਣੇ ਦਾ ਜੀ ਲਹੂ ਚਿੱਟਾ ਹੋ ਗਿਆ। ਕਹਿਣ ਦਾ ਮਤਲਬ ਕੀ ਹੈ ਵੀ ਉਸ ਦੇ ਵਿੱਚ ਕੋਈ ਵੀ ਸੈਂਸ ਜਿਹੜਾ ਨਹੀਂ ਰਿਹਾ, ਉਸ ਦੇ ਵਿੱਚ ਕੋਈ ਵੀ ਫੀਲਿੰਗਸ ਨਹੀਂ ਰਹੀਆਂ, ਭਾਵਨਾ ਨਹੀਂ ਰਹੀ। ਉਹ ਪ੍ਰੇਮ ਅਤੇ ਉਹ ਦੁੱਖ ਦੀ ਭਾਵਨਾ ਜਿਹੜੀ ਉਹਦੇ 'ਚ ਹੋਣੀ ਚਾਹੀਦੀ ਸੀ ਉਹ ਨਹੀਂ ਰਹੀ। ਉਦੋਂ ਆਪਾਂ ਕਹਿ ਦਿੰਦੇ ਹਾਂ ਜੀ ਫਲਾਣੇ ਦਾ ਜੀ ਚਿੱਟਾ ਲਹੂ ਜਿਹੜਾ ਉਹ ਚਿੱਟਾ ਹੋ ਗਿਆ। ਹਾਂਜੀ ਅਗਲੀ ਹੁਣ ਇਹ ਵਿਧਵਾ ਦੀ ਵਿਧਵਾ ਇੱਕ ਹੁੰਦੀ ਹੈ ਇਸਤਰੀ, ਸਮਾਜ ਦੇ ਵਿੱਚ ਉਹਨੂੰ ਇਸ ਤਰ੍ਹਾਂ ਦੀਆਂ ਮਤਲਬ ਕੀ ਹੈ ਘਿਨਾਉਣੀਆਂ ਹਰਕਤਾਂ ਦਾ ਸਾਹਮਣਾ ਕਰਨਾ ਪੈਂਦਾ ਜਿਸ ਦੇ ਪ੍ਰਤੀਕਰਮ ਦੇ ਵਿੱਚੋਂ ਉਹ ਇੱਕ ਵੇਸ਼ਵਾ ਬਣ ਜਾਂਦੀ ਹੈ। ਚਿੱਟਾ ਲਹੂ ਨਾਵਲ ਦੇ ਵਿੱਚ ਇਹ ਕਹਾਣੀ ਨੂੰ ਲਿਖਿਆ ਗਿਆ ਅਤੇ ਸਿੰਘ ਸਭਾ ਲਹਿਰ ਦੇ ਨਾਲ ਸੰਬੰਧਿਤ ਵੀ ਹੈ ਕਿਉਂਕਿ ਚਿੱਟਾ ਲਹੂ ਨਾਵਲ ਦੇ ਵਿੱਚ ਸਿੰਘ ਸਭਾ ਲਹਿਰ ਦਾ ਵੀ ਜ਼ਿਕਰ ਆਉਂਦਾ। ਇਹ ਵੀ ਤੁਸੀਂ ਚੇਤੇ ਰੱਖਣੀਆਂ ਦੋ ਗੱਲਾਂ। ਗਗਨ ਦਮਾਮਾ ਬਾਜੋ ਇਹਦਾ ਆਖਰੀ ਨਾਵਲ ਹੈ 1968 ਦੇ ਵਿੱਚ ਲਿਖਿਆ ਗਿਆ। ਫੌਲਾਦੀ ਫੁੱਲ, ਕਾਗਤਾਂ ਦੀ ਵੇੜੀ ਇਹ ਆਰੀਆ ਸਮਾਜੀ ਲਹਿਰ ਦੇ ਨਾਲ ਸੰਬੰਧਿਤ ਨਾਵਲ ਹੈ ਇਹਦੇ। ਆਰੀਆ ਸਮਾਜੀ ਲਹਿਰ ਵੀ ਤੁਹਾਨੂੰ ਪਤਾ ਹੈ ਵੀ ਇਹ ਜਦੋਂ ਚੱਲਦੀ ਹੈ ਤਾਂ ਇਹਦਾ ਵੀ ਆਪਣੇ ਪੰਜਾਬ ਦੇ ਵਿੱਚ ਲਾਹੌਰ ਦੇ ਵਿੱਚ ਇਹਦਾ ਵੀ ਮਤਲਬ ਵਾਹਵਾ ਇਹਦਾ ਪ੍ਰਭਾਵ ਹੈ। ਆਰੀਆ ਸਮਾਜੀ ਲਹਿਰ। ਚਿੱਤਰਕਾਰ 1950 ਦੇ ਵਿੱਚ ਲਿਖਿਆ ਗਿਆ। ਮੰਝਧਾਰ 1949 ਦੇ ਵਿੱਚ ਅਤੇ ਇਹ ਸ਼ਰਨਾਰਥੀਆਂ ਦੀਆਂ ਸਮੱਸਿਆਵਾਂ ਦੇ ਨਾਲ ਸੰਬੰਧਿਤ ਹੈ। ਮੰਝਧਾਰ 1949 ਅਤੇ ਚਿੱਤਰਕਾਰ 1950 ਸ਼ਰਨਾਰਥੀਆਂ ਦੀਆਂ ਸਮੱਸਿਆਵਾਂ ਨਾਲ ਸੰਬੰਧਿਤ ਨਾਵਲ। ਜਦੋਂ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੁੰਦੀ ਹੈ ਉਦੋਂ ਬਹੁਤ ਸਾਰੇ ਲੋਕ ਸ਼ਰਨਾਰਥੀ ਬਣ ਕੇ ਰਹਿ ਰਹੇ ਹੁੰਦੇ ਆ ਤਾਂ ਉਹਨਾਂ ਸ਼ਰਨਾਰਥੀਆਂ ਦੀਆਂ ਸਮੱਸਿਆਵਾਂ ਕੀ ਆ ਰਹੀਆਂ, ਉਹਨਾਂ ਨੂੰ ਨਾਗਰਿਕਤਾ ਦੇ ਨਾਲ ਸੰਬੰਧਿਤ ਉਹਨਾਂ ਦੀ ਆਰਥਿਕ ਜਿਹੜੀ ਉਹਨਾਂ ਦੀ ਸਮਾਜਿਕ ਸਮੱਸਿਆਵਾਂ ਉਹਨਾਂ ਦਾ ਜ਼ਿਕਰ ਹੈ ਜਿਹੜਾ ਉਹ ਨਾਨਕ ਸਿੰਘ ਨੇ ਚਿੱਤਰਕਾਰ ਅਤੇ ਮੰਝਧਾਰ ਨਾਵਲਾਂ ਦੇ ਵਿੱਚ ਕੀਤਾ। ਇਹਨੂੰ ਕਿਹਾ ਜਾਂਦਾ ਜੀ ਇਹਨੂੰ ਕਿਹਾ ਜਾਂਦਾ ਹਰ ਵਰੇ ਆਇਆ ਨਾਵਲਕਾਰ। ਇਹ ਤੁਸੀਂ ਧਿਆਨ ਰੱਖਣਾ ਸ਼ਬਦ ਹਰ ਵਰੇ ਆਇਆ ਨਾਵਲਕਾਰ ਪੰਜਾਬੀ ਸਾਹਿਤ ਦੇ ਵਿੱਚ ਕਿਹਨੂੰ ਕਿਹਾ ਜਾਂਦਾ, ਨਾਨਕ ਸਿੰਘ ਨੂੰ। ਹਰ ਵਰੇ ਆਏ ਦਾ ਮਤਲਬ ਹੈ ਵੀ ਹਰ ਸਾਲ ਨਵਾਂ ਨਾਵਲ ਰਚਨਾ। ਪੰਜਾਬੀ ਨਾਵਲ ਦਾ ਮੁਨਸ਼ੀ ਪ੍ਰੇਮ ਚੰਦ ਹੈ ਇਹ। ਅਗਲੀ ਗੱਲ ਦੇਖੋ, ਪੰਜਾਬੀ ਨਾਵਲ ਵਿੱਚ ਪਹਿਲੀ ਵਾਰ ਪ੍ਰੇਮ ਸੰਸਾਰ ਨੂੰ ਲਿਆਉਣ ਵਾਲਾ, ਕਿਉਂਕਿ ਜਦੋਂ ਸਮਾਜਿਕ ਸਮੱਸਿਆਵਾਂ ਦਾ ਜ਼ਿਕਰ ਕਰੂਗਾ ਤਾਂ ਇੱਕ ਜਿਹੜੀ ਸਮਾਜਿਕ ਸਮੱਸਿਆਵਾਂ ਦੇ ਵਿੱਚ ਜਿਵੇਂ ਮੰਨ ਲਓ ਕੋਈ ਬਾਲ ਵਿਵਾਹ, ਵਿਧਵਾ ਵਿਵਾਹ, ਸਮਾਜਿਕ ਦੰਭ, ਕੋਈ ਸਮਾਜਿਕ ਪਖੰਡ ਚੱਲ ਰਿਹਾ, ਸਮਾਜਿਕ ਕੁਰੀਤੀਆਂ ਚੱਲ ਰਹੀਆਂ, ਉਹਦੇ ਵਿੱਚ ਪ੍ਰੇਮ ਹੈ ਜਿਹੜਾ ਉਹ ਵੀ ਇੱਕ ਸਮਾਜ ਦੇ ਵਿੱਚ ਹੀ ਹੈ। ਉਹਦਾ ਪ੍ਰੇਮ ਦਾ ਸੰਬੰਧ ਹੈ ਜਿਹੜਾ ਉਹ ਵੀ ਸਮਾਜ ਦੇ ਨਾਲ ਹੀ ਹੈ। ਸੋ ਇਹ ਵੀ ਇੱਕ ਸਮਾਜਿਕ ਸਮੱਸਿਆ ਦੇ ਵਿੱਚ ਕਹਿ ਲਓ ਇਹਨੂੰ ਵੀ। ਤਾਂ ਇਸ ਕਰਕੇ ਪਹਿਲੀ ਵਾਰ ਪ੍ਰੇਮ ਸੰਸਾਰ ਨੂੰ ਲਿਆਉਣ ਵਾਲਾ ਪੰਜਾਬੀ ਨਾਵਲ ਦੇ ਵਿੱਚ ਉਹ ਹੈਗਾ ਨਾਨਕ ਸਿੰਘ। ਟੀ ਆਰ ਵਿਨੋਦ
टी.आर. विनोद प्रसिद्ध पंजाबी आलोचक है वर्तमान समय का, तो उन्हें एक गल कही है नानक सिंह दे बारे। की क्या? वो समाज सुधार लई हिरदा परिवर्तन की जुगत वरतदा है। समाज सुधार वास्ते वो की करदा है? हिरदा परिवर्तन करा दिंदा है। इस तरह ही करदा है जिहड़ा अपना आह पवित्र पापी है, ये भी तो एक हिरदा परिवर्तन ही है समाज सुधार वास्ते, क्योंकि वो नहीं चाहता कि जिहड़ा किदार नाम का एक मेरे जिहड़ा नावल दे विच किदार नाम का पात्र है वो वीणा नूं किते उधाल के लेके जाए, मतलब आप जिन्हों कहते हैं भी भजा के लैके जाए, वो नहीं चाहता। सो इत्थे की आ उहदे विच की करदा है, उस दे हिरदा परिवर्तन करदा है भी वो हिरदे दे विच परिवर्तन है, भी वो नहीं चाहता किदार भी मैं एवें करा, ये हिरदा परिवर्तन है। अगली गल देखो, पहला मौलिक नावल है जिहड़ा वो मतरेई माँ उत्पर गल हो चुकी है 1928 दे विच, पर आधुनिक पंजाबी रंगत वाला इहदा पहला नावल है चिट्टा लहू। मतरेई माँ ते चिट्टा लहू दोनों दे विच प्रश्नां दे विच तुसीं अंतर करना। पहला मौलिक नावल है जिहड़ा वो मतरेई माँ है, ठीक है, 1928 दे विच लिखिया गया है, पर मतरेई माँ जिहड़ा नावल है वो आधुनिक पंजाबी नावल दियाँ जिहड़ियां नावल नूं रचन दियां विधियां जिहड़ियां उस दे विच ढंग तरीके है जिहड़े उन्हां नूं नहीं अपनाया गया। वो पहला वाली परंपरागत जिहड़ी पीढ़ी दर पीढ़ी चली आ रही सी उसे परंपरा नूं ही निभा के लिखिया गया नावल है मतरेई माँ। पर आधुनिक पंजाबी रंगत वाला पहला नावल है जी चिट्टा लहू। सब तो पहला अनुवादित नावल जिहड़ा 8 अनुवादित नावलों का जिक्र है इहदे विच, ते 8 दे 8 तुसीं याद नहीं रखने। सब तो पहला याद रखना अनुवादित नावल वो हैगा जी पाप दी खट्टी। खट्टी का शाब्दिक अर्थ हुंदा कमाई, भी पाप दी कमाई। ਅੰਮ੍ਰਿਤਸਰ ਵਿੱਚ ਇਹਨੇ ਨਾਨਕ ਪੁਸਤਕ ਭੰਡਾਰ ਵੀ ਕੀਤਾ ਅਤੇ ਲੋਕ ਸਾਹਿਤਕ ਮਾਸਿਕ ਪੱਤਰ ਵੀ ਕੱਢਣਾ ਸ਼ੁਰੂ ਕਰ ਦਿੱਤਾ ਸੀ ਅੰਮ੍ਰਿਤਸਰ ਦੇ ਵਿੱਚ, ਪਰ ਕਿਸੇ ਕਾਰਨ ਵਾਸਤੇ ਇਹ ਚੱਲਿਆ ਨਹੀਂ, ਸੋ ਇਹਨੂੰ ਬੰਦ ਕਰਨਾ ਪਿਆ। ਫਿਰ ਵੀ ਯਾਦ ਰੱਖਣਾ ਨਵੰਬਰ 1970 ਦੇ ਵਿੱਚ ਸਾਹਿਤ ਅਕੈਡਮੀ ਵੱਲੋਂ ਇਸ ਨੂੰ ਅਭਿਨੰਦਨ ਗ੍ਰੰਥ ਭੇਟ ਕੀਤਾ ਗਿਆ ਸੀ। अभिनंदन ग्रंथ किसी का अभिनंदन करना, किसी का आदर सत्कार करना, किसी को मान सत्कार बख्शना। नवंबर 1970 ਦੇ ਵਿੱਚ ਸਾਹਿਤ ਅਕੈਡਮੀ ने इसनूं अभिनंदन ग्रंथ है जिहड़ा ਉਹ भेट किया गया सी। ਲਓ जी ਇਹ अपना नानक सिंह ਦੀਆਂ ਜਿਹੜੀਆਂ ਗੱਲਾਂ ਇਹ ਤੁਸੀਂ ਚੇਤੇ ਰੱਖਣੀਆਂ। ਇੱਕ ਇੱਕ ਗੱਲ ਜਿੱਥੇ ਜਿੱਥੇ मैं कही है भी ये गल तुसीं चेते रखनी है, जिवें संत सिंह सेखों वाली ते टी.आर. विनोद वाली, इन्हां गल्लां ते तां तुसीं इंपोर्टेंट ही ला लो। उस तो बाद 2 गल्लां होर है ਜਿਹੜੀਆਂ पहला मौलिक नावल ते आधुनिक पंजाबी रंगत वाला पहला नावल, ये दोनों भी तुसीं खास ध्यान दे विच रखणियां। गल्लां सारियां चेते रखण वालियां। लओ जी नानक सिंह अपना जिहड़ा चैप्टर है ये हो गया जी क्लोज। अगला जिहड़ा आपां नावलकार है वो पंजाबी साहित्य का पहला यथार्थवादी नावलकार सुरिंदर सिंह नरूला, उहदे बारे आपां गल करांगे जी। जल्दी मिलदे हां जी, रब राखा।